Hello everyone, welcome to Victor's Knowledge. This is Sheenu Sharma. So today we are going to take up a very important session, and this session is especially for the students who are preparing for PPSC CDPO exam. So ਆਪਾਂ ਸਾਰਿਆਂ ਨੂੰ ਪਤਾ ਹੈ ਇੱਕ ਬਹੁਤ ਹੀ ਵਧੀਆ ਆਫੀਸਰ ਲੈਵਲ ਦਾ ਐਗਜ਼ਾਮ ਹੈ। ਸੋ PPSC ਦਾ ਜਿਹੜਾ ਪੇਪਰ ਹੈ ਇਹਦਾ ਥੋੜਾ ਪੈਟਰਨ ਬਾਕੀ ਉਹਦੇ ਪੇਪਰਾਂ ਨਾਲੋਂ ਡਿਫਰੈਂਟ ਹੈ। ਇਹਦੇ ਵਿੱਚ ਕੀ ਹੈ, ਤੁਹਾਨੂੰ ਤੇ ਜ਼ਿਆਦਾ ਮਾਰਕਸ ਦਾ ਇੱਕ ਅਲੱਗ ਪਾਰਟ ਆਉਣਾ ਜਿਹੜਾ ਸਪੈਸੀਫਿਕਲੀ ਚਾਈਲਡ ਡਿਵੈਲਪਮੈਂਟ, ਵਿਮਨ ਐਮਪਾਵਰਮੈਂਟ ਇਸ ਟਾਈਪ ਦੇ ਟੌਪਿਕਸ ਦੇ ਨਾਲ ਰਿਲੇਟਡ ਹੈ। ਬਾਕੀ ਸਿਰਫ 20 ਮਾਰਕਸ ਦਾ ਬਾਕੀ ਪੋਰਸ਼ਨ ਆਣਾ ਹੈ। ਰੀਜ਼ਨਿੰਗ ਹੋਗੀ, ਸਿੰਪਲ GS ਹੋਗੀ ਜਿਹਦੇ ਵਿੱਚ ਆਪਾਂ ਹਿਸਟਰੀ, ਕਰੰਟ ਅਫੇਅਰ ਉਹ ਸਾਰਾ ਕੁਝ ਦੇਖਣਾ ਹੈ। ਸੋ ਮੇਜਰ ਜਿਹੜਾ ਪੋਰਸ਼ਨ ਹੈ, ਜਿਹੜਾ ਤੁਹਾਡੇ ਲਈ ਡਿਸਾਈਡਿੰਗ ਫੈਕਟਰ ਹੋਊਗਾ ਉਹ ਹੈ ਪਾਰਟ 1। ਸੋ ਅੱਜ ਮੈਂ ਸਿਲੇਬਸ ਵਾਈਜ਼, ਯੂਨਿਟ ਵਾਈਜ਼ ਟੋਟਲ 5 ਯੂਨਿਟ ਨੇ ਪਾਰਟ 1 ਦੇ ਅੰਦਰ, ਉਹਨਾਂ ਨੂੰ ਥੋੜਾ ਡਿਸਕਸ ਕਰ ਰਹੀ ਹੈ ਕਿ ਆਪਾਂ ਨੇ ਕਿਵੇਂ ਹਰ ਯੂਨਿਟ ਦੇ ਵਿੱਚੋਂ ਕੁਐਸਚਨ ਤਿਆਰ ਕਰਨੇ ਨੇ, ਕਿਉਂਕਿ ਕਾਫੀ ਸਟੂਡੈਂਟਸ ਨੂੰ ਪ੍ਰੋਬਲਮ ਆ ਰਹੀ ਸੀ ਕਿ ਅਸੀਂ ਇਸ ਸਿਲੇਬਸ ਦੀ ਤਿਆਰੀ ਕਿਵੇਂ ਕਰੀਏ। ਸੋ ਅੱਜ ਆਪਾਂ ਉਹ ਸਾਰੀ ਚੀਜ਼ ਡਿਸਕਸ ਕਰਾਂਗੇ। ਮੈਂ ਹਰ ਯੂਨਿਟ ਦੇ ਨਾਲ ਤੁਹਾਨੂੰ 2-3 MCQ ਸੈਂਪਲ ਦੇ ਤੌਰ ਤੇ ਪ੍ਰੋਵਾਈਡ ਕਰਵਾਏ ਨੇ, ਸੋ ਦੈਟ ਯੂ ਕੈਨ ਗੈਟ ਐਨ ਆਈਡੀਆ ਕਿ ਤੁਸੀਂ ਕੁਐਸਚਨਸ ਕਿਸ ਲੈਵਲ ਦੇ ਤੇ ਕਿਵੇਂ ਦੇ ਤਿਆਰ ਕਰਨੇ ਆ। So before moving to the lecture, I want to share something important with you guys. So many of you already know that I have launched a combined course for PSSB excise as well as clerk. ਤੇ ਜਿਹੜਾ ਇਹ ਕੋਰਸ ਹੈ ਇਹ ਫੋਰੈਸਟ ਗਾਰਡ ਦੇ ਲਈ ਵੀ ਇਕੁਅਲ ਇੰਪੋਰਟੈਂਟ ਹੈ, ਵੀਡੀਓ ਲਈ ਵੀ ਇੰਪੋਰਟੈਂਟ ਹੈ, ਕਿਉਂਕਿ ਜਿਹੜਾ ਸਿਲੇਬਸ ਹੈ ਸਪੈਸ਼ਲੀ ਐਕਸਾਈਜ਼, ਕਲਰਕ, ਫੋਰੈਸਟ ਗਾਰਡ ਦਾ, this is 100% ਸੇਮ। ਬਾਕੀ ਜਿਵੇਂ ਵੀਡੀਓ ਹੋ ਗਿਆ ਉਹਦੇ ਵਿੱਚ ਸਿਰਫ ਪੰਜਾਬ ਹਿਸਟਰੀ ਐਂਡ ਕਲਚਰ ਵਾਲਾ ਸਿਲੇਬਸ ਦੇ ਵਿੱਚ ਪਾਰਟ ਨਹੀਂ ਹੈ, ਬਾਕੀ ਸਿਲੇਬਸ ਸੇਮ ਹੈ। ਸੋ ਜੇ ਤੁਸੀਂ ਇਕੱਲੇ GS ਦੇ ਲੈਕਚਰ ਲੈਣਾ ਚਾਹੁੰਦੇ ਹੋ, ਇਕੱਲੇ GS ਦੇ ਲੈ ਸਕਦੇ ਹੋ, ਪੰਜਾਬ ਹਿਸਟਰੀ ਜਾਂ ਇਕੱਲੇ ਲੈਂਗੁਏਜ ਦੇ, ਕੰਪਿਊਟਰ ਦੇ, ਸੋ ਦੈਟਸ ਅਪ ਟੂ ਯੂ। ਪਰ ਜਿਹੜਾ ਕੰਪਲੀਟ ਕੋਰਸ ਹੈ ₹3500 ਦੇ ਵਿੱਚ ਮਿਲ ਰਿਹਾ ਹੈ। ਇਹਦੇ ਵਿੱਚ ਤੁਹਾਨੂੰ ਜਿੰਨੇ ਵੀ ਸਾਰੇ ਟੌਪਿਕਸ ਮੈਂਸ਼ਨ ਨੇ ਇਹਨਾਂ ਦੇ ਡੀਟੇਲਡ ਵੀਡੀਓ ਲੈਕਚਰ ਮਿਲ ਰਹੇ ਨੇ, ਨਾਲ ਤੁਹਾਨੂੰ ਕਾਫੀ ਸਾਰੇ ਟੌਪਿਕਸ ਦੇ MCQs ਵੀ ਮਿਲ ਰਹੇ ਨੇ, ਜਿਵੇਂ ਪੋਲਿਟੀ, ਜੀਓਗ੍ਰਾਫੀ। ਕੰਪਲੀਮੈਂਟਰੀ ਫ੍ਰੀ MCQs ਮੈਂ ਜਿਹੜਾ ਟੈਲੀਗ੍ਰਾਮ ਪੇਡ ਗਰੁੱਪ ਦਾ ਬਣਾਇਆ ਹੋਇਆ ਹੈ ਉਹਦੇ ਵਿੱਚ ਵੀ ਟਾਈਮ ਟੂ ਟਾਈਮ ਸ਼ੇਅਰ ਕਰਦੀ ਰਹਿੰਦੀ ਹਾਂ, ਪ੍ਰੈਕਟਿਸ ਸੈਸ਼ਨਸ ਉਹਦੇ ਵਿੱਚ ਕਰਵਾਉਣੀ ਆ। ਆਲਸੋ ਤੁਹਾਨੂੰ ਕੰਪਲੀਟ ਸਿਲੇਬਸ ਉੱਤੇ ਨੋਟਸ ਮਿਲ ਰਹੇ ਨੇ, ਨੋਟਸ ਤੁਹਾਨੂੰ ਲੈਂਗੁਏਜ, ਕੰਪਿਊਟਰ, ਸਾਰੇ GS ਦੇ ਸਬਜੈਕਟ, ਦੈਨ ਡੀਟੇਲ ਤੇ MCQ ਦੋਨੋਂ, ਕਰੰਟ ਅਫੇਅਰ ਤੁਹਾਨੂੰ ਨੋਟਸ ਵਿੱਚ ਮਿਲ ਰਹੇ ਨੇ। ਆਲਸੋ ਜਿਹੜਾ ਕੰਪਲੀਟ ਕੋਰਸ ਹੈ ਇਹਦੇ ਵਿੱਚ ਤੁਹਾਨੂੰ ਐਕਸਾਈਜ਼, ਕਲਰਕ ਤੇ ਜਿਹੜਾ ਫੋਰੈਸਟ ਗਾਰਡ ਹੈ ਇਹਦਾ ਕੰਬਾਈਨਡ ਮੌਕ ਟੈਸਟ ਮੈਂ ਤਿਆਰ ਕੀਤੇ ਨੇ, 6 ਕੰਪਲੀਟ ਮੌਕ ਟੈਸਟ, total 720 questions based on exactly the recent syllabus exam pattern of PSSB। ਇਹ ਵੀ ਤੁਹਾਨੂੰ ਇਸੇ ਕੋਰਸ ਦੇ ਵਿੱਚ ਮਿਲ ਰਿਹਾ ਹੈ। rest it's up to you। ਜੇ ਤੁਸੀਂ ਕੱਲੇ ਵੀਡੀਓ ਲੈਕਚਰ ਖਰੀਦਨੇ ਨੇ then the price is ₹2000। ਜੇ ਤੁਸੀਂ ਕੱਲੇ ਨੋਟਸ ਖਰੀਦਨੇ ਨੇ including current affair and mock ਤੁਹਾਨੂੰ ਜੇ ਤੁਸੀਂ ਕੱਲਾ ਵੀਡੀਓ ਲੈਕਚਰ ਖਰੀਦੋਗੇ ਤਾਂ ਵੀ ਫ੍ਰੀ ਮਿਲਣਗੇ, ਜਾਂ ਜੇ ਕੱਲੇ ਤੁਸੀਂ ਨੋਟਸ ਖਰੀਦੋਗੇ ₹1500 ਦੇ ਤਾਂ ਵੀ ਫ੍ਰੀ ਮਿਲਣਗੇ। ਪਰ ਇੱਕ ਇੰਪੋਰਟੈਂਟ ਸਪੈਸ਼ਲ ਆਫਰ ਹੈ, ਜੇ ਤੁਸੀਂ ਪੂਰਾ ਕੰਪਲੀਟ ਕੋਰਸ ਖਰੀਦ ਰਹੇ ਹੋ ਇਨ ₹3500 ਤਾਂ ਆਉਣ ਵਾਲੇ ਵਿਕਟਰਸ ਨੌਲੇਜ ਪਲੇਟਫਾਰਮ ਦੇ ਜਿੰਨੇ ਵੀ ਪੇਡ ਕੋਰਸ ਹੋਣਗੇ, ਚਾਹੇ ਕਿਸੇ ਹੋਰ एग्जाम ਦੇ ਲਈ, ਜਿਵੇਂ PPSC ਦੇ ਲਈ ਕੋਈ ਮੈਂ ਮੌਕ ਟੈਸਟ ਰਿਲੀਜ਼ ਕਰੂ, ਕੋਈ ਨੋਟਸ ਨੇ ਜਾਂ ਕਰੰਟ ਅਫੇਅਰ ਨੇ, ਜਾਂ ਫਿਰ ਕੋਈ ਹੋਰ ਕੰਪਲੀਟ ਜਿਵੇਂ ਸਬ ਇੰਸਪੈਕਟਰ ਦਾ ਪੇਪਰ ਹੋ ਗਿਆ, ਕਿਸੇ ਵੀ ਆਉਣ ਵਾਲੇ ਐਗਜ਼ਾਮ ਦੇ ਲਈ ਜੋ ਮੈਂ ਪੇਡ ਕੋਰਸ ਲਾਂਚ ਕਰੂੰਗੀ ਉਹ ਪੇਡ ਕੋਰਸ ਤੁਹਾਨੂੰ 100% ਫ੍ਰੀ ਮਿਲੂਗਾ ਜੇ ਤੁਸੀਂ ਇਹ ਵਾਲਾ ਕੋਰਸ ਪੂਰਾ ਖਰੀਦ ਰਹੇ ਹੋ। ਸੋ ਇਟ ਮੀਨਸ ਕਿ ਤੁਸੀਂ 3500 ਦੇ ਵਿੱਚ ਸਿਰਫ ਇਹੀ ਕੋਰਸ ਨਹੀਂ, ਆਉਣ ਵਾਲੇ ਫਿਊਚਰ ਸਾਰੇ ਕੋਰਸਿਸ ਦੀ 100% ਫ੍ਰੀ ਪ੍ਰਾਈਸ ਦੇ ਵਿੱਚ ਵੈਲਿਡਿਟੀ ਅਵੇਲ ਕਰ ਰਹੇ ਹੋ। ਆਲਸੋ ਜੇ ਤੁਸੀਂ ਕੱਲੇ ਮੌਕ ਟੈਸਟ ਖਰੀਦਨੇ ਨੇ then there are 6 complete mock test, ਤੇ ਇਹ ਮੌਕ ਟੈਸਟ ਦੇ ਨਾਲ ਵੀ ਇੱਕ ਸਪੈਸ਼ਲ ਆਫਰ ਹੈ, ਤੁਸੀਂ ਇਹਨਾਂ 5 ਬਿਲੋ ਮੈਂਸ਼ਨਡ GS ਸਬਜੈਕਟ ਦੇ ਵਿੱਚੋਂ ਕਿਸੇ ਵੀ ਇੱਕ ਸਬਜੈਕਟ ਦੇ ਫ੍ਰੀ ਨੋਟਸ ਅਵੇਲ ਕਰ ਸਕਦੇ ਹੋ ਜੇ ਤੁਸੀਂ ₹400 ਦੇ ਇਹ ਮੌਕ ਟੈਸਟ ਖਰੀਦ ਰਹੇ ਹੋ। ਸੋ ਦੈਟ ਇਜ਼ ਅਪ ਟੂ ਯੂ। ਤੁਸੀਂ ਇਕੱਲੇ ਵੀਡੀਓ ਲੈਕਚਰ ਲੈ ਸਕਦੇ ਹੋ, ਇਕੱਲੇ ਨੋਟਸ, ਪੂਰਾ ਕੋਰਸ ਲੈਣਾ, ਜਾਂ ਫਿਰ ਤੁਸੀਂ ਇਕੱਲੇ ਇਹ ਮੌਕ ਟੈਸਟ ਵੀ ਲੈ ਸਕਦੇ ਹੋ। ਤੇ ਜੇ ਤੁਹਾਡੀ ਕੋਈ ਵੀ ਕੁਇਰੀ ਹੈ ਜਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਰਸ ਖਰੀਦਣਾ ਹੈ, ਟੈਸਟ ਬਾਏ ਕਰਨੇ ਨੇ, then you can send email on legalvictor02896@gmail.com। ਸੋ ਸਟਾਰਟਿੰਗ ਵਿਦ ਯੂਨਿਟ 1, ਜਿਹੜਾ ਯੂਨਿਟ 1 ਹੈ ਇਸ ਪੇਪਰ ਦਾ, ਉਹਦੇ ਵਿੱਚ ਸਭ ਤੋਂ ਪਹਿਲਾਂ ਹੈਡਿੰਗ ਤੁਸੀਂ ਦੇਖੀ ਹੋਊਗੀ ਚਾਈਲਡ ਵੈਲਫੇਅਰ ਇਨ ਇੰਡੀਆ। ਇਹਦੇ ਅੰਦਰ ਚਾਈਲਡ ਡਿਵੈਲਪਮੈਂਟ, ਗਰੋਥ, ਇਸ ਟਾਈਪ ਦੇ ਕਾਫੀ ਸਾਰੇ ਟੌਪਿਕਸ ਨੇ ਕਿ ਸਟੇਜਿਸ ਕਿਹੜੀਆਂ ਹੁੰਦੀਆਂ ਨੇ, ਮੀਨਿੰਗ, ਡੈਫੀਨੇਸ਼ਨ ਕੀ ਹੈ ਚਾਈਲਡ ਦਾ।
सो हुण आपां कुछ MCQs देखते हैं आपां ने किवें इस टॉपिक नूं तैयार करना है। Which of the following stage marks the involvement of children in their peer group? So ਜਦੋਂ social group primary group है ਜਿਹੜਾ ਉਹ involved ਹੁੰਦਾ ਹੈ ਤਾਂ ਉਹ ਕਿਹੜੀ ਉਮਰ ਹੁੰਦੀ ਹੈ ਜਦੋਂ ਬੱਚਾ ਆਪਣੇ ਘਰ ਤੋਂ ਬਾਹਰ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਵੀ ਦੋਸਤੀ ਬਣਾਉਣੀ ਸ਼ੁਰੂ ਕਰਦਾ ਹੈ। ਸੋ ਉਹ ਸਟੇਜ ਹੁੰਦੀ ਹੈ ਇੱਕ ਚਾਈਲਡ ਡਿਵੈਲਪਮੈਂਟ ਦੀ adolescence age। option C is the right answer। अगला है इट इज सेड दैट डेवलपमेंट इज अ नेवर एंडिंग प्रोसैस। ਜਦੋਂ ਤੁਸੀਂ ਇੱਕ ਟੌਪਿਕ ਤਿਆਰ ਕਰਨਾ ਹੈ ਚਾਈਲਡ ਡਿਵੈਲਪਮੈਂਟ ਗਰੋਥ ਦਾ ਡਿਫਰੈਂਟ ਸਟੇजेस ਦਾ ਤਾਂ ਉਹਦੇ ਵਿੱਚ ਕੁਝ ਇੰਪੋਰਟੈਂਟ ਫਿਲਾਸਫਰ ਨੇ ਜਿਨ੍ਹਾਂ ਦੀਆਂ ਥਿਊਰੀਜ਼ ਤੁਸੀਂ ਪੜ੍ਹਨੀਆਂ ਨੇ। ਜਿੰਨੇ ਵੀ ਟੌਪਿਕ ਨੇ ਜੇ ਤੁਸੀਂ ਮੇਰੀ ਸੁਪਰਵਾਈਜ਼ਰ ਐਗਜ਼ਾਮ ਦੀ ਪਲੇਲਿਸਟ ਦੇਖੋਗੇ ਉਹਦੇ ਵਿੱਚ ਮੈਂ ਕਾਫੀ ਸਾਰੇ ਟੌਪਿਕ ਆਲਰੇਡੀ ਕਵਰ ਕੀਤੇ ਹੋਏ ਨੇ ਪੂਰੀ ਡੀਟੇਲ ਵਿੱਚ with theories covered ਨੇ। ਸੋ ਉਹ ਸਾਰੇ ਲੈਕਚਰਸ ਦਾ ਜਿਹੜਾ ਲਿੰਕ ਹੈ ਪਲੇਲਿਸਟ ਦਾ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦੂੰਗੀ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਸੋ ਇਸ ਕੁਐਸਚਨ ਦੇ ਵਿੱਚ ਪੁੱਛਿਆ ਹੋਇਆ ਹੈ ਕਿ ਇਹ ਡੈਫੀਨੇਸ਼ਨ ਕਿਹਨੇ ਦਿੱਤੀ ਹੈ ਡਿਵੈਲਪਮੈਂਟ ਦੀ। ਇਹ ਕਿਸ ਪ੍ਰਿੰਸੀਪਲ ਦੇ ਆਧਾਰ ਉੱਤੇ ਕਿਹਾ ਜਾ ਰਿਹਾ ਹੈ ਕਿ ਡਿਵੈਲਪਮੈਂਟ ਕਦੇ ਵੀ ਰੁਕਦੀ ਨਹੀਂ, ਇੱਕ ਬੱਚੇ ਦੀ ਡਿਵੈਲਪਮੈਂਟ ਹਮੇਸ਼ਾ ਚੱਲਦੀ ਰਹਿੰਦੀ ਹੈ। ਇਹ ਹੈ ਪ੍ਰਿੰਸੀਪਲ ਆਫ ਕੰਟੀਨਿਊਟੀ ਤੇ ਇਹ ਪ੍ਰਿੰਸੀਪਲ ਦਿੱਤਾ ਸੀ ਜੌਨ ਡਿਊਈ ਨੇ ਆਪਣੀ ਥਿਊਰੀ ਦੇ ਵਿੱਚ। ਸੋ ਇਸ ਤਰੀਕੇ ਨਾਲ ਤੁਹਾਨੂੰ ਅਲੱਗ-ਅਲੱਗ ਥਿਊਰਿਸਟ ਫਿਲਾਸਫਰ ਦੇ ਨਾਮ ਵੀ ਪਤਾ ਹੋਣੇ ਚਾਹੀਦੇ ਨੇ ਰਿਲੇਟਡ ਟੂ ਚਾਈਲਡ ਡਿਵੈਲਪਮੈਂਟ ਐਂਡ ਗਰੋਥ। ਨੈਕਸਟ ਕੁਝ ਟੌਪਿਕਸ ਨੇ ਜਿਵੇਂ अर्ਲੀ ਚਾਈਲਡਹੁੱਡ ਕੇਅਰ ਹੈ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਕਿਹੜੀ ਏਜ ਹੁੰਦੀ ਹੈ, ਕਿਹੜੀ ਸਟੇਜ ਵਿੱਚ ਆਉਂਦਾ, ਜਾਂ ਫਿਰ ਚਾਈਲਡ ਦੀ ਡੈਫੀਨੇਸ਼ਨ। ਤੁਸੀਂ ਤਿਆਰ ਕਰਨਾ ਕਿ ਚਾਈਲਡ ਨੂੰ ਕਿੱਥੇ-ਕਿੱਥੇ ਡਿਫਾਈਨ ਕੀਤਾ ਹੈ, ਕਿਸੇ ਇੰਟਰਨੈਸ਼ਨਲ ਕਨਵੈਨਸ਼ਨ ਨੇ ਆਰਗੇਨਾਈਜੇਸ਼ਨ ਨੇ ਜੀ ਡਿਫਾਈਨ ਕੀਤਾ ਹੈ ਤਾਂ ਉਹਦੀ ਡੈਫੀਨੇਸ਼ਨ ਕਿਹੜਾ ਆਰਟੀਕਲ ਹੈ, ਕਿਹੜਾ ਪਾਰਟ ਹੈ, ਭਾਰਤ ਦੇ ਅੰਦਰ ਚਾਈਲਡ ਨੂੰ ਕਿੱਥੇ-ਕਿੱਥੇ ਕਿਹੜੇ-ਕਿਹੜੇ ਲਾਅ ਦੇ ਵਿੱਚ ਡਿਫਾਈਨ ਕੀਤਾ ਹੈ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੁਵੇਨਾਈਲ ਜਸਟਿਸ। I would personally recommend ਕਿ ਤੁਸੀਂ ਜੁਵੇਨਾਈਲ ਜਸਟਿਸ ਐਕਟ ਪੂਰਾ ਦਾ ਪੂਰਾ ਤਿਆਰ ਕਰੋ ਕਿਉਂਕਿ ਬਾਕੀ ਜਿਹੜੇ ਅੱਗੇ ਯੂਨਿਟ ਨੇ ਆਈ ਥਿੰਕ 3rd ਜਾਂ 4th ਯੂਨਿਟ ਦੇ ਵਿੱਚ ਚਿਲਡਰਨ ਇਨ ਕਨਫਲਿਕਟ ਵਿਦ ਲਾਅ ਇਸ ਟਾਈਪ ਦੇ ਟੌਪਿਕਸ ਵੀ ਨੇ। ਇਹ ਸਾਰੇ ਦੇ ਸਾਰੇ ਟੌਪਿਕ ਡਾਇਰੈਕਟਲੀ ਜੁਵੇਨਾਈਲ ਜਸਟਿਸ ਐਕਟ ਵਿੱਚੋਂ ਚੱਕੇ ਨੇ। ਸੋ ਉਰੇ ਹੀ ਚਾਈਲਡ ਦੀ ਡੈਫੀਨੇਸ਼ਨ ਹੈ। ਹੁਣ ਆਪਾਂ ਕੁਐਸਚਨ ਦੇਖ ਲੈਣੇ ਆ ਤੁਸੀਂ ਕਿਵੇਂ ਦਾ ਤਿਆਰ ਕਰਨਾ। ਚਾਈਲਡ ਇਜ਼ ਡਿਫਾਈਨਡ ਇਨ ਸੈਕਸ਼ਨ 2 clause C dash of the juvenile justice system ordinance। ਜਿਹੜਾ ਇਸ ਐਕਟ ਨੂੰ ਲਿਆਉਣ ਤੋਂ ਪਹਿਲਾਂ ਇੱਕ ਬਿੱਲ ਲਿਆਂਦਾ ਸੀ, ਆਰਡੀਨੈਂਸ ਰੱਖਿਆ ਸੀ, ਪਾਰਲੀਮੈਂਟ ਦੇ ਅੱਗੇ ਪ੍ਰਸਤਾਵ ਰੱਖਿਆ ਸੀ, ਉਹਦੇ ਚਾਈਲਡ ਨੂੰ ਡਿਫਾਈਨ ਕੀਤਾ ਗਿਆ ਸੀ clause C B option C। ਪ੍ਰੀ ਪ੍ਰਾਇਮਰੀ ਸਕੂਲ ਐਜੂਕੇਸ਼ਨ ਹੈ ਜਿਹੜੀ ਕਿਹੜੇ ਸਾਲ ਦੇ ਵਿੱਚ ਇਹਨੂੰ ਆਪਾਂ ਕਵਰ ਕਰਦੇ ਹਾਂ। ਸੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਸਟੇਜ ਆਉਂਦੀ ਹੈ 3 ਤੋਂ ਲੈ ਕੇ 6 ਸਾਲ। ਡਿਊਰੇਸ਼ਨ ਸਮਾਂ ਕਿੰਨਾ ਹੋਣਾ ਚਾਹੀਦਾ ਇੱਕ ਦਿਨ ਦੇ ਅੰਦਰ। ਜਿਹੜੀ अर्ਲੀ ਚਾਈਲਡਹੁੱਡ ਕੇਅਰ ਤੇ ਐਜੂਕੇਸ਼ਨ ਆ ਬੱਚੇ ਦੀ ਇਹ ਪ੍ਰੋਗਰਾਮ ਹੈ ਇਹਦੇ ਵਿੱਚ ਬੱਚੇ ਨੂੰ 3 ਤੋਂ 4 ਘੰਟੇ ਲਵਾਏ ਜਾਂਦੇ ਨੇ ਆਪਸ਼ਨ A। ਉਸ ਤੋਂ ਬਾਅਦ ਇੱਕ ਇੰਪੋਰਟੈਂਟ ਡਿਬੇਟ ਦੀ ਗੱਲ ਹੋ ਰਹੀ ਹੈ ਯੂਨਿਟ 1 ਦੇ ਅੰਦਰ ਨੇਚਰ ਨਰਚਰ ਡਿਬੇਟ। ਸੋ ਇਹ ਕੁਐਸਚਨ ਡਾਇਰੈਕਟਲੀ ਇਸ ਡਿਬੇਟ ਉੱਤੇ ਹੈ। ਨੇਚਰ ਨਰਚਰ ਡਿਬੇਟ ਕਿਹੜੀ ਸਟੇਟਮੈਂਟ ਇਹਨਾਂ ਚੋਂ ਰਿਫਲੈਕਟ ਕਰਦੀ ਹੈ ਜਿਹਦੇ ਅੰਦਰ ਉਹਦਾ ਮੀਨਿੰਗ ਕਲੀਅਰ ਹੋ ਰਿਹਾ। ਸੋ ਰਾਈਟ ਆਨਸਰ ਆਪਸ਼ਨ 1 ਨੇਚਰ ਨਰਚਰ ਡਿਬੇਟ ਇਹ ਦੱਸਦੀ ਆ ਵੀ ਕਿਸੇ ਦੇ ਜੀਨਸ ਨੇ ਸਪੈਸ਼ਲੀ ਬੱਚਿਆਂ ਦੇ ਜੀਨਸ ਨੇ ਉਹਨਾਂ ਦੀ ਪਰਸਨੈਲਿਟੀ ਨੂੰ ਡਿਫਾਈਨ ਕਰਨ ਦੇ ਲਈ ਆਲੇ ਦੁਆਲੇ ਦਾ ਬੱਚਾ ਜਿੱਥੇ ਵੱਡਾ ਹੋ ਰਿਹਾ ਹੈ ਵਾਤਾਵਰਣ ਕਿਵੇਂ ਦਾ ਇਨਵਾਇਰਨਮੈਂਟ ਕਿਵੇਂ ਦਾ ਉਹ ਕਿਵੇਂ ਇੱਕ ਬੱਚੇ ਦੀ ਪਰਸਨੈਲਿਟੀ ਨੂੰ ਅਸਰ ਕਰਦਾ ਉਹਦੇ ਤੇ ਇਨਫਲੂਐਂਸ ਪਾਉਂਦਾ। ਸੋ ਡਿਗਰੀ 2 ਵਿੱਚ ਜੈਨੇਟਿਕ ਔਰ ਇਨਵਾਇਰਨਮੈਂਟ ਇਨਫਲੂਐਂਸ ਪਰਸਨੈਲਿਟੀ ਇਸੇ ਚੀਜ਼ ਦੀ ਡਿਸਕਸ਼ਨ ਹੋਈ ਹੈ ਨੇਚਰ ਨਰਚਰ ਡਿਬੇਟ ਦੇ ਅੰਦਰ। ਵੈਰੀ ਸਿੰਪਲ। ਨੈਸ਼ਨਲ ਗਰਲ ਚਾਈਲਡ ਡੇ ਹੁਣ ਲਾਸਟ ਵਿੱਚ ਇੱਕ ਟੌਪਿਕ ਹੈ ਇਸ਼ੂਜ਼ ਰਿਲੇਟਡ ਟੂ ਗਰਲ ਚਾਈਲਡ। ਸੋ ਇਹਦੇ ਵਿੱਚ ਆਪਾਂ ਨੇ ਬੇਸਿਕ ਰੂਰਲ ਏਰੀਆਸ ਕੁੜੀਆਂ ਨੂੰ ਪੜ੍ਹਾਈ ਨੂੰ ਲੈ ਕੇ ਕੀ ਪ੍ਰੋਬਲਮ ਆਉਂਦੀ ਆ, ਮਾਲ ਨਿਊਟ੍ਰੀਸ਼ਨ ਨੂੰ ਲੈ ਕੇ ਕੀ ਪ੍ਰੋਬਲਮ ਆਉਂਦੀ ਆ ਤੇ ਸਭ ਤੋਂ ਇੰਪੋਰਟੈਂਟ ਹੈ ਗਰਲ ਚਾਈਲਡ ਡੇ ਨੈਸ਼ਨਲ। ਸੋ ਨੈਸ਼ਨਲ ਮਨਾਇਆ ਜਾਂਦਾ ਹੈ 24 ਜਨਵਰੀ ਨੂੰ ਭਾਰਤ ਦੇ ਅੰਦਰ ਆਪਸ਼ਨ B। ਨੈਕਸਟ ਯੂਨਿਟ ਹੈ ਹੈਲਥ ਨਿਊਟ੍ਰੀਸ਼ਨ ਚਿਲਡਰਨ। ਉਰੇ ਤੁਹਾਨੂੰ ਡਾਇਰੈਕਟਲੀ ਟੌਪਿਕਸ ਲਿਖੇ ਹੋਏ ਨੇ ਸਿਲੇਬਸ ਦੇ ਵਿੱਚ ਪਰ ਜਿਵੇਂ ਪ੍ਰੀਨੇਟਲ ਪੋਸਟਨੇਟਲ ਕੇਅਰ ਇਹ ਕੁਝ ਇਹੋ ਜਿਹੇ ਟੌਪਿਕ ਨੇ ਜਿਹੜੇ ਤੁਸੀਂ ਜ਼ਿਆਦਾ ਧਿਆਨ ਨਾਲ ਕਰਨੇ ਨੇ ਕਿਉਂਕਿ ਜਦੋਂ ਵੀ ਆਪਾਂ ਚਾਈਲਡ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਜਦੋਂ ਤੁਸੀਂ CDPO ਲੱਗੋਗੇ ਤਾਂ ਤੁਹਾਡਾ ਮੇਨ ਫੋਕਸ ਰਹੂਗਾ ਕਿ ਪੇਂਡੂ ਖੇਤਰਾਂ 'ਚ ਜਾਂ ਫਿਰ ਅਰਬਨ ਏਰੀਆ ਜਿਹੜੇ ਪੂਅਰ ਸੈਕਸ਼ਨ ਦੇ ਲੋਕ ਨੇ ਉੱਥੇ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੂੰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਤੁਹਾਡੀ ਜੌਬ ਪ੍ਰੋਫਾਈਲ ਇਹ ਚੀਜ਼ ਮੰਗਦੀ ਹੈ ਕਿ ਤੁਹਾਨੂੰ ਇਸ ਟੌਪਿਕ ਦੀ ਡੀਟੇਲਡ ਨੌਲੇਜ ਹੋਣੀ ਚਾਹੀਦੀ ਹੈ। ਸੋ ਪ੍ਰੀਨੇਟਲ ਪੋਸਟਨੇਟਲ ਮੈਟਰਨਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਟੌਪਿਕ ਨੇ ਇਹ ਤੁਸੀਂ ਸਾਰੇ ਚੰਗੀ ਤਰ੍ਹਾਂ ਤਿਆਰ ਕਰਨੇ ਆ।
ਸੋ ਹੁਣ ਆਪਾਂ ਕੁਐਸਚਨ ਦੇਖਦੇ ਹਾਂ ਕਿਵੇਂ ਦੇ ਆ ਸਕਦੇ ਨੇ ਯੂਨਿਟ 2 ਦੇ ਵਿੱਚੋਂ। ਮੈਟਰਨਲ weight gain is usually monitored in pregnancy। ਪ੍ਰੈਗਨੈਂਸੀ ਦੇ ਦੌਰਾਨ ਬਾਰ-ਬਾਰ ਇਹ ਦੇਖਿਆ ਜਾਂਦਾ ਕਿ ਮਦਰ ਕਿੰਨਾ weight gain ਕਰ ਰਹੀ ਹੈ। ਇਸ ਦਾ ਕਾਰਨ ਕੀ ਹੋ ਸਕਦਾ? ਸੋ ਰਾਈਟ ਆਨਸਰ ਹੈ ਆਪਸ਼ਨ ਡੀ, ਸਾਰੀਆਂ ਆਪਸ਼ਨ ਸਹੀ ਨੇ। ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਕਿ ਜਿੰਨਾ ਐਕੂਰੇਟ ਆਪਟੀਮਲ weight gain ਹੋਣਾ ਚਾਹੀਦਾ ਓਨਾ ਹੀ ਹੋ ਰਿਹਾ। ਦੂਜਾ ਇਹ ਪਤਾ ਲਗਾਉਣਾ ਡਾਕਟਰ ਦਾ ਮੇਨ ਕੰਮ ਹੁੰਦਾ ਹੈ ਕਿ ਕਿਤੇ ਘੱਟ ਤਾਂ ਨਹੀਂ, ਉਹਦੇ ਨਾਲ ਕੀ ਹੈ ਬੱਚੇ ਦੀ ਗਰੋਥ ਦਾ ਪਤਾ ਲੱਗੂਗਾ ਕਿ ਕੋਈ ਨਰਿਸ਼ਮੈਂਟ ਦੀ ਕਮੀ ਤਾਂ ਨਹੀਂ, ਜਾਂ ਕਿਸੇ ਨੂੰ ਐਕਸੈਸਿਵ weight gain ਹੁੰਦਾ ਉਹਦੇ ਨਾਲ ਬੀਪੀ ਵਗੈਰਾ ਦੀ ਪ੍ਰੋਬਲਮ ਆਉਂਦੀ ਆ। ਐਕਸੈਸਿਵ ਮੈਟਰਨਲ ਗੇਨ ਇਨ ਪ੍ਰੈਗਨੈਂਸੀ ਹੈਜ਼ ਬੀਨ ਲਿੰਕਡ ਟੂ obesity ਵੀ ਹੋ ਸਕਦੀ ਹੈ ਇਹਦੇ ਨਾਲ ਬੱਚੇ ਦੇ ਅੰਦਰ। ਸੋ ਇਸੇ ਲਈ ਟਾਈਮ ਟੂ ਟਾਈਮ ਪ੍ਰੈਗਨੈਂਟ ਲੇਡੀ ਦਾ weight gain ਹੈ ਜਿਹੜਾ ਉਸ ਚੀਜ਼ ਨੂੰ ਮੋਨੀਟਰ ਕੀਤਾ ਜਾਂਦਾ ਹੈ। ਅਗਲਾ ਹੈ ਕਿਹੜੇ ਸਾਲ ਦੇ ਵਿੱਚ ਭਾਰਤ ਸਰਕਾਰ ਨੇ ਲਾਂਚ ਕੀਤਾ ਸੀ ਰੀਪਰੋਡਕਟਿਵ ਐਂਡ ਚਾਈਲਡ ਹੈਲਥ ਪ੍ਰੋਗਰਾਮ। ਸੋ ਨਿਊਟ੍ਰੀਸ਼ਨ, ਚਿਲਡਰਨ ਹੈਲਥ, ਇਹ ਟੌਪਿਕ ਨਾਲ ਰਿਲੇਟਡ ਜਿੰਨੇ ਵੀ ਭਾਰਤ ਸਰਕਾਰ ਦੇ ਪ੍ਰੋਗਰਾਮ ਨੇ ਉਹ ਸਾਰੇ ਤੁਸੀਂ ਤਿਆਰ ਕਰਨੇ ਨੇ। ਸੋ ਇਹ ਲਾਂਚ ਕੀਤਾ ਸੀ 1995, ਆਪਸ਼ਨ ਬੀ। ਥਰਡ ਟੌਪਿਕ ਹੈ ਚਾਈਲਡ ਰਾਈਟ ਐਂਡ ਪ੍ਰੋਟੈਕਸ਼ਨ। ਇਹਦੇ ਵਿੱਚ ਚਾਈਲਡ ਰਾਈਟਸ ਦੀ ਕਿੱਥੇ ਗੱਲ ਹੋ ਰਹੀ ਹੈ? ਇੰਟਰਨੈਸ਼ਨਲ ਬਹੁਤ ਸਾਰੀਆਂ ਤੁਹਾਨੂੰ ਇੰਪੋਰਟੈਂਟ ਕਨਵੈਨਸ਼ਨ ਮਿਲ ਜਾਣਗੀਆਂ, ਇੰਡੀਅਨ ਲਾਜ਼ ਮਿਲ ਜਾਣਗੇ, ਜਿਹਦੇ ਵਿੱਚੋਂ ਤੁਸੀਂ ਸੰਵਿਧਾਨ ਦੇ ਕੁਝ ਆਰਟੀਕਲਸ ਵੀ ਨੇ ਜਿਹੜੇ ਡਾਇਰੈਕਟਲੀ ਚਾਈਲਡ ਰਾਈਟ ਦੀ ਗੱਲ ਕਰਦੇ ਨੇ, ਤੁਸੀਂ ਉਹ ਵੀ ਜ਼ਰੂਰ ਤਿਆਰ ਕਰਨੇ ਨੇ, ਜਿਵੇਂ ਆਰਟੀਕਲ 21A ਹੋ ਗਿਆ। ਸੋ ਹੁਣ ਆਪਾਂ ਦੇਖਦੇ ਹਾਂ ਸੈਕਸ਼ਨ 10 ਆਫ ਦ ਜੁਵੀਨਾਈਲ ਜਸਟਿਸ ਐਕਟ 2015 ਡੀਲਸ ਵਿਦ। ਇਹ ਗੱਲ ਕਰਦਾ ਕਿ ਜਿਹੜੇ ਵੀ ਚਾਈਲਡ ਲਾਅ ਦੇ ਨਾਲ ਕਨਫਲਿਕਟ ਵਿੱਚ ਨੇ, ਜਿਨ੍ਹਾਂ ਉੱਤੇ ਇਹ ਚੀਜ਼ ਦਾ ਇਲਜ਼ਾਮ ਲੱਗਿਆ alleged to be in conflict with law, ਉਹ ਚਾਈਲਡ ਨੂੰ ਐਪਰੀਹੈਂਡ ਕਿਵੇਂ ਕਰਨਾ ਹੈ? ਸੋ ਆਪਸ਼ਨ ਸੀ, ਕਿਉਂਕਿ ਇਸ ਯੂਨਿਟ ਦੇ ਅੰਦਰ ਚਿਲਡਰਨ ਇਨ ਕਨਫਲਿਕਟ ਵਿਦ ਲਾਅ ਇਸ ਟਾਈਪ ਦੇ ਟੌਪਿਕ ਨੇ ਜਿਹੜੇ ਸਿਰਫ ਤੁਸੀਂ ਹੋਰ ਕਿਤੇ ਨਹੀਂ ਜਾਣਾ, ਜੁਵੀਨਾਈਲ ਜਸਟਿਸ ਐਕਟ ਖੋਲਣਾ ਹੈ, ਇਹਦੀਆਂ ਬੇਅਰ ਪ੍ਰੋਵੀਜ਼ਨ ਖੋਲਣੀਆਂ ਨੇ, ਸਿੱਧਾ ਤੁਹਾਨੂੰ ਸੈਕਸ਼ਨ ਵਾਈਜ਼ ਸਾਰੀਆਂ ਡੀਟੇਲਡ ਪ੍ਰੋਵੀਜ਼ਨ ਮਿਲ ਜਾਣਗੀਆਂ। ਅੱਗੇ ਜੇ ਆਪਾਂ ਚਾਈਲਡ ਰਾਈਟ ਦੀ ਗੱਲ ਕਰਦੇ ਹਾਂ, ਉਹਦੇ ਅੰਦਰ ਭਾਰਤ ਵਿੱਚ ਇੱਕ ਬਹੁਤ ਇੰਪੋਰਟੈਂਟ ਐਕਟ ਤਿਆਰ ਕੀਤਾ ਗਿਆ ਬੱਚਿਆਂ ਦੀ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦਾ। ਇਹਦੇ ਅੰਦਰ 6 ਤੋਂ 14 ਸਾਲ ਤੱਕ ਦੇ ਬੱਚਿਆਂ ਲਈ। So this question is about which section of Right of Children to Free and Compulsory Education Act 2009 deals with duties of local authority। So ਇਹਦੇ ਅੰਦਰ section 9 ਹੈ ਜਿਹੜਾ ਉਹ local authorities ਦੀ ਕੀ ਡਿਊਟੀ ਬਣਦੀ ਹੈ ਚਾਈਲਡ ਰਾਈਟ ਪ੍ਰੋਟੈਕਟ ਕਰਨ ਦੇ ਲਈ, ਉਹਦੀ ਗੱਲ ਕਰਦਾ ਹੈ। ਨੈਕਸਟ ਇਜ਼ ਯੂਨਿਟ 4। ਇਹਦੇ ਅੰਦਰ ਡਾਇਰੈਕਟਲੀ ਸਿੰਪਲੀ ਪਾਲਿਸੀਜ਼ ਤੇ ਪ੍ਰੋਗਰਾਮ ਦੀ ਗੱਲ ਹੁੰਦੀ ਹੈ। ਪੂਰੀ ਦੀ ਪੂਰੀ ਤੁਹਾਨੂੰ ਲਿਸਟ ਹੈ, ਉਸ ਲਿਸਟ ਤੋਂ ਬਾਹਰ ਤੁਹਾਨੂੰ ਕੋਈ ਵੀ ਅਲੱਗ ਤੋਂ ਪਾਲਿਸੀ ਪ੍ਰੋਗਰਾਮ ਸਕੀਮ ਤਿਆਰ ਕਰਨ ਦੀ ਜ਼ਰੂਰਤ ਨਹੀਂ ਹੈ। ਸਿਰਫ ਤੁਸੀਂ ਉਹੀ ਸਕੀਮ ਪਾਲਿਸੀ ਤਿਆਰ ਕਰੋ, ਪਰ ਉਹਨਾਂ ਦੀ ਕੋਈ ਵੀ ਡੀਟੇਲ ਨਾ ਛੱਡੋ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਜਿਹੜੀ ਵੀ ਪਾਲਿਸੀ ਜਾਂ ਪ੍ਰੋਗਰਾਮ ਦਾ ਨਾਮ ਹੈ ਉਹਨੂੰ ਪੂਰਾ ਦਾ ਪੂਰਾ ਤੁਸੀਂ ਪੁਆਇੰਟਰ ਨੋਟਸ ਤਿਆਰ ਕਰ ਲਓ। ਫਿਰ ਨੈਟ ਦੇ ਉੱਤੇ ਸਿੰਪਲੀ ਸਰਚ ਕਰੋ ਉਹਦਾ ਨਾਮ ਲਿਖ ਕੇ MCQ ਜਾਂ ਆਬਜੈਕਟਿਵ ਟਾਈਪ ਕੁਐਸਚਨ, ਤੁਹਾਨੂੰ ਅਲੱਗ-ਅਲੱਗ ਵੈਬਸਾਈਟ ਤੋਂ ਰੈਂਡਮ MCQ ਮਿਲ ਜਾਣਗੇ। ਫਿਰ ਤੁਸੀਂ ਦੇਖੋ ਉਸ MCQ ਨੂੰ ਸੋਲਵ ਕਰਕੇ, ਜੇ ਥਿਊਰੀ ਕਰਨ ਤੋਂ ਬਾਅਦ ਤੁਹਾਡੀ ਉਸ ਪਾਰਟਿਕੂਲਰ ਪ੍ਰੋਗਰਾਮ ਦੇ ਨਾਲ ਰਿਲੇਟਡ MCQ ਤੁਹਾਨੂੰ ਆ ਰਿਹਾ ਹੈ ਤਾਂ that means ਤੁਹਾਡੀ ਜਿਹੜੀ ਤਿਆਰੀ ਹੈ ਬਿਲਕੁਲ ਸਹੀ ਚੱਲ ਰਹੀ ਹੈ। ਸੋ ਥਿਊਰੀ ਤੇ MCQ ਇਹ ਦੋਨੋਂ ਪੈਟਰਨ ਨੂੰ ਨਾਲ-ਨਾਲ ਰੱਖਿਓ, ਕਿਉਂਕਿ ਇਸ ਐਗਜ਼ਾਮ ਨੂੰ ਸਮਾਰਟਲੀ ਤਿਆਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਹੁਣ ਆਪਾਂ ਦੇਖਦੇ ਹਾਂ ਕਿਵੇਂ ਦੇ ਕੁਐਸਚਨ ਆ ਸਕਦੇ ਆ। One Stop Center is a flagship scheme of which union ministry? So ਇਹ ਹੈ Ministry of Women and Child Development ਦਾ ਇਨੀਸ਼ੀਏਟਿਵ। ਦੂਜੀ ਜਿਹੜੀ ਸਕੀਮ ਹੈ ਜੋ ਇਸ ਯੂਨਿਟ 4 ਦੇ ਅੰਦਰ ਮੈਂਸ਼ਨਡ ਹੈ that is National Crash Scheme। ਤਿੰਨ ਸਟੇਟਮੈਂਟ ਨੇ ਇਸ ਸਕੀਮ ਨੂੰ ਲੈ ਕੇ, ਆਪਾਂ ਨੇ ਦੱਸਣਾ ਹੈ ਕਿ ਕਿਹੜੀ ਸਟੇਟਮੈਂਟ ਇਹਨਾਂ ਦੇ ਵਿੱਚੋਂ ਸਹੀ ਹੈ। ਫਰਸਟ ਐਂਡ ਸੈਕਿੰਡ ਆਰ ਕਰੈਕਟ, ਆਪਸ਼ਨ 3 ਇਜ਼ ਰੋਂਗ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਇਸ ਸਕੀਮ ਨੂੰ ਸੈਂਟਰ ਦੇ ਦੁਆਰਾ ਸਪਾਂਸਰ ਕੀਤਾ ਜਾ ਰਿਹਾ ਹੈ। ਇਹਦੇ ਅੰਦਰ ਚਿਲਡਰਨ ਜਿਹੜੇ 6 ਮਹੀਨੇ ਤੋਂ 6 ਸਾਲ ਤੱਕ ਦੇ ਨੇ ਵਰਕਿੰਗ ਮਦਰਸ ਦੇ, ਉਹਨਾਂ ਨੂੰ ਡੇ ਕੇਅਰ ਫੈਸਿਲਿਟੀਜ਼ ਦਿੱਤੀਆਂ ਜਾਣਗੀਆਂ। ਤੀਜੀ ਸਟੇਟਮੈਂਟ ਕਹਿ ਰਹੀ ਹੈ ਥਰਡ ਪਾਰਟੀ ਇਵੈਲੂਏਸ਼ਨ ਹੈ ਜਿਹੜੀ ਇਸ ਸਕੀਮ ਦੀ ਪ੍ਰੋਪਰ ਇੰਪਲੀਮੈਂਟੇਸ਼ਨ ਹੋ ਰਹੀ ਹੈ ਉਹ ਕਰੂਗੀ ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ। ਇਹ ਬਿਲਕੁਲ ਗਲਤ ਹੈ। ਥਰਡ ਪਾਰਟੀ ਇਵੈਲੂਏਸ਼ਨ ਇਸ ਸਕੀਮ ਦੀ ਕਰ ਰਹੀ ਹੈ ਨੀਤੀ ਆਯੋਗ। ਸੋ ਉਰੇ ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਦੀ ਜਗ੍ਹਾ ਤੇ ਆਉਣਾ ਚਾਹੀਦਾ ਹੈ ਨੀਤੀ ਆਯੋਗ। ਸੋ ਤੀਜੀ ਸਟੇਟਮੈਂਟ ਗਲਤ ਹੈ, ਆਪਸ਼ਨ 1 ਐਂਡ 2 ਆਰ ਕਰੈਕਟ। ਹੁਣ ਮੈਂ ਤੁਹਾਨੂੰ ਇਹ ਦੱਸਦੀ ਹਾਂ ਕਿ ਤੁਸੀਂ ਇੱਕ ਸਕੀਮ ਨੂੰ ਕਿਵੇਂ ਪੜ੍ਹਨਾ ਹੈ, ਉਹਦੀ ਤੁਸੀਂ ਡੀਟੇਲ ਕਿਵੇਂ ਦੇਖਣੀ ਹੈ। ਤੇ ਇਹਦੀ ਐਗਜ਼ਾਮਪਲ ਦੇ ਲਈ ਜਿਹੜੀ ਮੈਂ ਸਕੀਮ ਲਈ ਹੈ
दैट इज प्रधान मंत्री महिला शक्ति केंद्र। पहला आपां स्कीम पढ़ांगे, फिर मैं थोड़े नाल एक MCQ डिस्कस करूंगी। उस MCQ ਦਾ ਜੇ ਤੁਹਾਨੂੰ ਇਸ ਸਕੀਮ ਪੜਨ ਤੋਂ ਬਾਅਦ ਆਨਸਰ ਆ ਰਿਹਾ, that means ਕਿ ਤੁਹਾਡੀ ਜਿਹੜੀ ਥਿਊਰੀ ਹੈ ਉਹ ਬਿਲਕੁਲ ਤੁਸੀਂ ਸਹੀ ਤਰੀਕੇ ਨਾਲ ਤਿਆਰ ਕਰ ਰਹੇ ਹੋ। ਪ੍ਰਧਾਨ ਮੰਤਰੀ ਮਹਿਲਾ ਸ਼ਕਤੀ ਕੇਂਦਰ ਸਕੀਮ, this was approved by cabinet committee on economic affairs, 3 ਸਾਲ ਦੇ ਲਈ ਅਪਰੂਵ ਕੀਤੀ ਸੀ 2017-18 ਤੋਂ ਲੈ ਕੇ 19-20 ਤੱਕ। ਜਿਹੜੀ ਇਹ ਸਕੀਮ ਹੈ ਇੱਕ ਅੰਬ੍ਰੇਲਾ ਸਕੀਮ ਚਲਾਈ ਸੀ ਜਿਹਦੇ ਅੰਦਰ ਫਰਦਰ ਬਹੁਤ ਸਾਰੀਆਂ ਸਕੀਮਸ ਨੂੰ ਮਰਜ ਕਰਤਾ ਸੀ। ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਨੇ ਉਸੇ ਅੰਬ੍ਰੇਲਾ ਸਕੀਮ ਦੀ ਐਕਸਪੈਂਸ਼ਨ ਹੈ ਇਹ ਸਕੀਮ, ਤੇ ਉਹਦਾ ਨਾਮ ਹੈ ਮਿਸ਼ਨ ਫॉर ਪ੍ਰੋਟੈਕਸ਼ਨ ਐਂਡ ਐਮਪਾਵਰਮੈਂਟ ਆਫ ਵਿਮਨ। ਆਬਜੈਕਟਿਵ ਕੀ ਹੈ, ਇਸ ਸਕੀਮ ਨੂੰ ਲਿਆਂਦਾ ਕਿਉਂ ਗਿਆ? ਕੋਈ ਵੀ ਤੁਸੀਂ ਸਕੀਮ ਕਰਨੀ ਹੈ ਉਹਦੀ ਇੰਪਲੀਮੈਂਟਿੰਗ ਅਥਾਰਟੀ ਕੋਈ ਮਿਨਿਸਟਰੀ ਹੈ, ਉਹਦੀ ਸਪਾਂਸਰਸ਼ਿਪ, ਉਹਦਾ ਸਾਲ, ਕਿੰਨੇ ਸਾਲਾਂ ਦੇ ਲਈ ਲਿਆਂਦੀ ਹੈ, ਆਬਜੈਕਟਿਵ ਕੀ ਹੈ, ਮੇਨ ਉਹਦਾ ਫਾਇਦਾ ਕਿਹਨੂੰ ਹੋਣ ਜਾ ਰਿਹਾ ਹੈ, ਇਹ ਕੁਝ ਚੀਜ਼ਾਂ ਨੇ ਜਿਹੜੇ ਤੁਸੀਂ ਬਿਲਕੁਲ ਮਿਸ ਨਹੀਂ ਕਰਨੀਆਂ। ਸੋ ਆਬਜੈਕਟਿਵ ਕੀ ਹੈ ਸਕੀਮ ਦਾ? ਇਹਦੇ ਨਾਲ ਜਿਹੜੀਆਂ ਪਿੰਡੂ ਖੇਤਰਾਂ 'ਚ ਮਹਿਲਾਵਾਂ ਨੇ ਉਹਨਾਂ ਦਾ ਸਸ਼ਕਤੀਕਰਨ ਹੋਊਗਾ, ਐਮਪਾਵਰਮੈਂਟ ਮਿਲੂਗੀ, ਕਮਿਊਨਿਟੀ ਪਾਰਟਿਸਿਪੇਸ਼ਨ ਦੇ ਥਰੂ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨਗੀਆਂ ਟੂ ਕ੍ਰੀਏਟ ਐਨ ਐਨਵਾਇਰਨਮੈਂਟ ਇਨ ਵਿਚ ਦੇ ਰਿਅਲਾਈਜ਼ देयर ਫੁੱਲ ਪੋਟੈਂਸ਼ੀਅਲ। ਜਿਹੜੀ ਸਕੀਮ ਹੈ ਇਹਦੇ ਅੰਦਰ ਦੇਸ਼ ਦੇ 115 ਸਭ ਤੋਂ ਜਿਹੜੇ ਪਿਛੜੇ ਹੋਏ ਜ਼ਿਲ੍ਹੇ ਨੇ ਉਹਨਾਂ ਨੂੰ ਚੁਣਿਆ ਜਾਊਗਾ। This will be set up across 115 most backward districts of the country in order to reach out to rural women and facilitate health, nutrition, skill development, employment, digital literacy। ਇਹ ਸਾਰੀਆਂ facilities ਉਹ 115 backward ਜ਼ਿਲ੍ਹਿਆਂ ਦੀਆਂ ਔਰਤਾਂ ਨੂੰ ਮਿਲੂ। ਹੁਣ ਜਿਹੜੀ ਸਕੀਮ ਹੈ ਅਲੱਗ-ਅਲੱਗ ਲੈਵਲਸ ਤੇ ਕੰਮ ਕਰ ਰਹੀ ਹੈ, ਨੈਸ਼ਨਲ ਲੈਵਲ ਤੇ, ਸਟੇਟ ਲੈਵਲ ਤੇ, ਡਿਸਟ੍ਰਿਕਟ ਤੇ ਇੱਕ ਹੈ ਬਲਾਕ ਲੈਵਲ। ਨੈਸ਼ਨਲ ਲੈਵਲ ਤੇ ਸਕੀਮ ਹੈ ਜਿਹੜੀ ਇਹਦਾ ਜਿਹੜਾ ਗੋਲ ਹੈ, ਮਕਸਦ ਹੈ, ਉਹਨੂੰ ਅਲੱਗ-ਅਲੱਗ ਸਟੇਟਸ ਤੇ UTs ਦੇ ਵਿੱਚ ਵੰਡਤਾ। ਸਟੇਟ ਲੈਵਲ ਦੇ ਉੱਤੇ ਸਟੇਟ ਰਿਸੋਰਸ ਸੈਂਟਰ ਕੰਮ ਕਰ ਰਹੇ ਨੇ ਸੋ ਦੈਟ ਅੱਗੇ ਡਿਸਟ੍ਰਿਕਟ ਤੱਕ ਇਸ ਸਕੀਮ ਨੂੰ ਪ੍ਰੋਪਰ ਪਹੁੰਚਾਇਆ ਜਾਵੇ। ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਅਲੱਗ-ਅਲੱਗ ਸਕੀਮਸ ਨੂੰ ਜਿਹੜੇ ਵੀ ਇਹ ਬੈਕਵਰਡ ਏਰੀਆਜ਼ ਨੇ ਉਰੇ ਇੰਪਲੀਮੈਂਟ ਕਰਕੇ ਇਸ ਸਕੀਮ ਨੂੰ ਸਟਰੋਂਗ ਬਣਾ ਰਹੀ ਹੈ। ਕਿਉਂਕਿ ਜਿਹੜੀ ਇਹ ਸਕੀਮ ਹੈ ਐਸ ਸੱਚ ਇਹ ਸਿਰਫ ਇੱਕ ਕਿਸੇ ਚੀਜ਼ ਦੇ ਲਈ ਨਹੀਂ ਲਿਆਂਦੀ ਗਈ, ਇਹਦੇ ਅੰਦਰ ਕਿਹਾ ਹੈ ਕਿ ਵਿਮਨ ਦਾ, ਔਰਤ ਦਾ, ਸਪੈਸ਼ਲੀ ਜਿਹੜੀ ਪੇਂਡੂ ਇਲਾਕਿਆਂ ਦੀ ਔਰਤ ਹੈ ਉਹਦੀ ਓਵਰਆਲ ਐਮਪਾਵਰਮੈਂਟ ਹੋਣੀ ਚਾਹੀਦੀ ਹੈ। ਸੋ ਇਸ ਐਮਪਾਵਰਮੈਂਟ ਦੇ ਲਈ ਸਰਕਾਰ ਦੀਆਂ ਜਿਹੜੀਆਂ ਹੋਰ ਨੀਤੀਆਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਵਾਇਆ ਜਾ ਰਿਹਾ ਹੈ ਡਿਸਟ੍ਰਿਕਟ ਲੈਵਲ ਤੇ, ਜਿਵੇਂ ਬੇਟੀ ਬਚਾਓ ਬੇਟੀ ਪੜ੍ਹਾਓ ਹੋ ਗਈ, ਸਾਖੀ ਵਨ ਸਟਾਪ ਸੈਂਟਰ, ਮਹਿਲਾ ਪੁਲਿਸ ਵॉलंटियर, ਸੁਧਾਰ, ਉਜਵਾਲਾ, ਵਿਮਨ ਹੈਲਪਲਾਈਨ। ਦਿਸ ਸ਼ੈਲ ਬੀ ਕਵਰਡ ਇਨ ਅ ਫੇਸ। ਬਲਾਕ ਲੈਵਲ ਦੇ ਉੱਤੇ ਜਿਹੜਾ ਸਭ ਤੋਂ ਇੰਪੋਰਟੈਂਟ ਸ਼ਲਾਘਾਯੋਗ ਕਦਮ ਚੱਕਿਆ ਗਿਆ ਇਸ ਸਕੀਮ ਦੇ ਅੰਦਰ ਉਹ ਹੈ ਕਮਿਊਨਿਟੀ ਐਂਗੇਜਮੈਂਟ। ਸਟੂਡੈਂਟ ਵॉलंटियर ਲਏ ਜਾਣਗੇ ਜਿਹੜੇ ਆਪਣੇ ਆਪ ਅੱਗੇ ਆ ਕੇ ਕੰਮ ਕਰਨਾ ਚਾਹੁੰਦੇ ਨੇ ਰੂਰਲ ਵਿਮਨ ਦੀ ਐਮਪਾਵਰਮੈਂਟ ਦੇ ਲਈ, ਤੇ ਇਹ ਸਟੂਡੈਂਟ ਵॉलंटियर ਨੂੰ ਐਂਗੇਜ ਕੀਤਾ ਗਿਆ, ਪਲਾਨ ਕੀਤਾ ਗਿਆ ਇਨ ਮੋਰ ਦੈਨ 100 ਬੈਕਵਰਡ ਡਿਸਟ੍ਰਿਕਟ ਜਿੱਥੇ ਜਿੱਥੇ ਇਸ ਸਕੀਮ ਨੂੰ ਲਿਆਂਦਾ ਜਾਊਗਾ। ਤੇ ਇਹਦੇ ਅੰਦਰ ਸਟੂਡੈਂਟਸ ਅਲੱਗ-ਅਲੱਗ ਗ੍ਰਾਮ ਪੰਚਾਇਤ, ਆਂਗਨਵਾੜੀ ਸੈਂਟਰਸ ਜਾਣਗੇ, ਉੱਥੇ ਜਾ ਕੇ ਦੇਖਣਗੇ ਕਿ ਪ੍ਰੋਪਰ ਜਿੰਨੀਆਂ ਵੀ ਵਿਮਨ ਨੂੰ ਲੈ ਕੇ ਨੀਤੀਆਂ ਚੱਲਦੀਆਂ ਨੇ, ਹੋਰ ਕੋਈ ਪ੍ਰੋਗਰਾਮ ਨੇ, ਸਕੀਮ ਨੇ, ਉਹ ਸਾਰੇ ਸਹੀ ਤਰੀਕੇ ਨਾਲ ਪਹੁੰਚ ਰਹੇ ਨੇ। Services shall be provided at ਗ੍ਰਾਮ ਪੰਚਾਇਤ level through convergence with ਜਿੰਨੀਆਂ ਵੀ ਆਸ਼ਾ ਵਰਕਰ ਨੇ ਜਾਂ ਆਂਗਨਵਾੜੀ ਵਰਕਰ ਨੇ, ANM ਨੇ, ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕੀਤੀ ਜਾਊਗੀ ਕਿ ਉਹ ਵਿਮਨ ਦੀ ਐਮਪਾਵਰਮੈਂਟ ਦੇ ਲਈ ਹਰ ਸਹੀ ਕਦਮ ਚੱਕਣ। ਵਿਮਨ ਸੈਲਫ ਹੈਲਪ ਗਰੁੱਪ, ਬੈਂਕ ਕੋਰਸਪੋਂਡੈਂਟ, ਸਿੱਖਿਆ ਮਿੱਤਰਾ, ਕ੍ਰਿਸ਼ੀ ਮਿੱਤਰਾ, ਇਲੈਕਟਿਡ ਵਿਮਨ ਰਿਪਰੈਜ਼ੈਂਟੇਟਿਵ, ਪ੍ਰੋਟੈਕਸ਼ਨ ਆਫਿਸਰ, ਮਹਿਲਾ ਪੁਲਿਸ ਵॉलंटियर ਤੇ ਨਿਆਂ ਮਿੱਤਰਾ। ਸੋ ਇਹ ਸੀ ਆਪਣੀ ਸਕੀਮ। ਹੁਣ ਕੁਐਸਚਨ ਹੈ ਕਿਹੜੀ ਸਕੀਮ ਪ੍ਰਮੋਟ ਕਰ ਰਹੀ ਹੈ ਕਮਿਊਨਿਟੀ ਪਾਰਟਿਸਿਪੇਸ਼ਨ ਥਰੂ ਇਨਵੋਲਵਮੈਂਟ ਆਫ ਸਟੂਡੈਂਟ ਵॉलंटियर ਦੀ ਮਦਦ ਦੇ ਨਾਲ ਪੇਂਡੂ ਖੇਤਰਾਂ 'ਚ ਔਰਤਾਂ ਦੀ ਐਮਪਾਵਰਮੈਂਟ ਦੇ ਲਈ ਕਿਹੜੀ ਸਕੀਮ ਦੇ ਅੰਦਰ ਸਟੂਡੈਂਟ ਵॉलंटियर्स ਦੀ ਮਦਦ ਲਈ ਜਾ ਰਹੀ ਹੈ। ਇਹ ਚੀਜ਼ ਆਪਾਂ ਉਰੇ ਹੀ ਪੜ੍ਹ ਕੇ ਹਟਿਆ। ਸੋ ਇਹ ਸਕੀਮ ਹੈ ਆਪਸ਼ਨ ਸੀ ਪ੍ਰਧਾਨ ਮੰਤਰੀ ਮਹਿਲਾ ਸ਼ਕਤੀ ਕੇਂਦਰ ਸਕੀਮ। ਹੁਣ ਜੇ ਤੁਸੀਂ ਸਕੀਮ ਸਿਰਫ ਇਹਦਾ ਸਟਾਰਟਿੰਗ ਵਾਲਾ ਪਾਰਟ ਪੜ੍ਹ ਕੇ ਚਲੇ ਜਾਂਦੇ, ਤੁਸੀਂ ਈਅਰ ਦੇਖ ਲੈਂਦੇ, ਆਬਜੈਕਟਿਵ ਦੇਖ ਲੈਂਦੇ, ਇਹਦੇ ਕੰਪੋਨੈਂਟ ਨਾ ਦੇਖਦੇ, ਇਹ ਨਾ ਦੇਖਦੇ ਕਿ ਕਿਹੜੇ-ਕਿਹੜੇ ਲੈਵਲ ਤੇ ਇੰਪਲੀਮੈਂਟ ਕੀਤੀ ਜਾ ਰਹੀ ਹੈ,
ਤੇ ਜੇ ਤੁਹਾਨੂੰ ਪੇਪਰ 'ਚ ਕੁਐਸਚਨ ਆ ਜਾਂਦਾ ਤਾਂ ਤੁਹਾਡਾ ਇਹ ਕੁਐਸਚਨ ਉੱਥੇ ਗਲਤ ਹੋ ਜਾਂਦਾ ਕਿਉਂਕਿ ਤੁਸੀਂ ਐਂਡ ਤੱਕ ਤਾਂ ਪਹੁੰਚੇ ਹੀ ਨਹੀਂ। ਸੋ ਮੇਰਾ ਇਹ ਤੁਹਾਨੂੰ ਸਕੀਮ ਤੇ ਕੁਐਸਚਨ ਕਰਵਾਉਣ ਦਾ ਇਹੀ ਮਕਸਦ ਆ ਕਿ ਤੁਹਾਨੂੰ ਇਹ ਪਤਾ ਚੱਲ ਜੇ ਤੁਹਾਨੂੰ ਜੇ ਸਿਲੇਬਸ ਦੇ ਵਿੱਚ ਪਾਰਟਿਕੂਲਰਲੀ ਕੋਈ ਸਕੀਮ ਦਾ ਨਾਮ ਲਿਖਤਾ ਉਸ ਸਕੀਮ ਦੀ ਜਿੰਨੀ ਜ਼ਿਆਦਾ ਡੀਟੇਲ ਹੋ ਸਕੇ ਤੁਸੀਂ ਓਨੀ ਡੀਟੇਲ ਤਿਆਰ ਕਰਕੇ ਜਾਣੀ ਹੈ। ਲਾਸਟ ਇਜ਼ ਯੂਨਿਟ 5 ਇਹਦੇ ਅੰਦਰ ਸਿੱਧਾ ਸਿੱਧਾ ਨਾਮ ਲਿਖੇ ਹੋਏ ਨੇ ਕਿ ਕਿਹੜੇ ਕਿਹੜੇ ਤੁਸੀਂ ਲਾਅ ਤਿਆਰ ਕਰਕੇ ਜਾਣੇ ਨੇ ਵਿਮਨ ਤੇ ਚਿਲਡਰਨ ਨਾਲ ਰਿਲੇਟਡ। ਸੋ ਅਲੱਗ-ਅਲੱਗ ਲਾਜ਼ ਨੇ ਉਹਨਾਂ 'ਚ ਤੁਹਾਨੂੰ ਕੁਐਸਚਨ ਕਿਵੇਂ ਦੇ ਆ ਸਕਦੇ ਨੇ। ਮੇਨ ਤੁਸੀਂ ਡੈਫੀਨੇਸ਼ਨ ਪੋਰਸ਼ਨ ਪਨਿਸ਼ਮੈਂਟ ਜਾਂ ਜਿੱਥੇ ਪੁਲਿਸ ਵਗੈਰਾ ਦੀ ਇਨਵੋਲਵਮੈਂਟ ਹੈ ਉਹ ਮੇਨ ਸੈਕਸ਼ਨ ਦੇ ਉੱਤੇ ਫੋਕਸ ਦੇਣਾ ਹੈ। ਸਭ ਤੋਂ ਪਹਿਲਾ ਕੁਐਸਚਨ ਹੈ ਰਿਲੇਟਡ ਟੂ ਪੋਕਸੋ ਐਕਟ 2012। ਦਿਸ ਇਜ਼ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੂਅਲ ਆਫੈਂਸਿਸ ਐਕਟ। ਕਿੱਥੇ ਲਾਗੂ ਹੁੰਦਾ? ਇਹ ਲਾਗੂ ਹੁੰਦਾ ਪੂਰੇ ਭਾਰਤ ਉੱਤੇ। ਆਪਸ਼ਨ ਏ ਓਨਲੀ 1। ਅਗਲਾ ਕੁਐਸਚਨ ਹੈ ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ 1956 ਦੇ ਅੰਦਰ ਪ੍ਰੋਟੈਕਟਿਵ ਹੋਮਸ ਦੀ ਗੱਲ ਕਿਹੜੇ ਸੈਕਸ਼ਨ 'ਚ ਕੀਤੀ ਗਈ ਹੈ। ਸੋ ਇਸ ਐਕਟ ਦਾ ਸੈਕਸ਼ਨ 21 ਗੱਲ ਕਰਦਾ ਪ੍ਰੋਟੈਕਟਿਵ ਹੋਮਸ ਦੀ। So this was all about today's important lecture on strategy related to CDPO.